ओम शांति। ਅੱਜ ਪਿਆਰੇ ਅਵਿਅਕਤ ਬਾਪ ਦਾਦਾ ਦੇ 27/6/2021 ਦੇ ਮਹਾਵਚਨ ਰਿਵਾਈਜ਼ ਕੋਰਸ 26/1/88। ਪਿਆਰੇ ਬਾਪ ਦਾਦਾ ਨੇ ਅੱਜ ਸੰਗਮ ਯੁਗ ਤੇ ਪੂਜਨੀਏ ਬਣਨ ਦੀਆਂ ਵਿਧੀਆਂ, ਅਲੌਕਿਕ ਵਿਧੀਆਂ ਬਾਰੇ ਦੱਸਿਆ। ਅੱਜ ਦੀ ਮੁਰਲੀ ਦਾ ਮੇਨ ਸਾਰ ਹੈ ਸੰਗਮ ਯੁਗ ਤੇ ਨੰਬਰ 1 ਪੂਜਨੀਏ ਬਣਨ ਦੀ ਅਲੌਕਿਕ ਵਿਧੀ। ਅੱਜ ਅਨਾਦਿ ਬਾਪ ਅਤੇ ਆਦਿ ਬਾਪ ਸ਼ਿਵ ਬਾਬਾ ਅਤੇ ਬ੍ਰਹਮਾ ਬਾਬਾ ਅਨਾਦਿ ਸਾਲੀਗ੍ਰਾਮਾਂ ਬੱਚਿਆਂ ਨੂੰ ਅਤੇ ਆਦਿ ਬ੍ਰਾਹਮਣ ਬੱਚਿਆਂ ਨੂੰ ਡਬਲ ਰੂਪ ਨਾਲ ਦੇਖ ਰਹੇ ਹਨ। ਸਾਲੀਗ੍ਰਾਮ ਰੂਪ ਵਿੱਚ ਵੀ ਪਰਮ ਪੂਜਨੀਏ ਹੋ ਅਤੇ ਬ੍ਰਾਹਮਣ ਸੋ ਦੇਵਤਾ ਸਵਰੂਪ ਦਾ ਗਾਇਨ ਅਤੇ ਪੂਜਨੀਏ ਯੋਗਯ ਹੋ। ਦੋਨੋਂ ਆਦਿ ਅਤੇ ਅਨਾਦਿ ਬਾਪ ਦੋਨੇ ਹੀ ਰੂਪ ਨਾਲ ਪੂਜਯ ਆਤਮਾਵਾਂ ਨੂੰ ਦੇਖ ਕੇ ਹਰਸ਼ਿਤ ਹੋ ਰਹੇ ਹਨ। ਅਨਾਦਿ ਬਾਪ ਨੇ ਆਦਿ ਪਿਤਾ ਸਹਿਤ ਅਰਥਾਤ ਬ੍ਰਹਮਾ ਬਾਪ ਅਤੇ ਬ੍ਰਾਹਮਣ ਬੱਚਿਆਂ ਨੂੰ ਆਪਣੇ ਤੋਂ ਵੀ ਜ਼ਿਆਦਾ ਡਬਲ ਰੂਪ ਵਿੱਚ ਪੂਜਨੀਏ ਬਣਾਇਆ। ਅਨਾਦਿ ਬਾਪ ਦੀ ਪੂਜਾ ਸਿਰਫ ਇੱਕ ਨਿਰਾਕਾਰ ਰੂਪ ਦੇ ਵਿੱਚ ਹੁੰਦੀ, ਪਰੰਤੂ ਬ੍ਰਹਮਾ ਸਹਿਤ ਬ੍ਰਾਹਮਣ ਬੱਚਿਆਂ ਦੀ ਪੂਜਾ ਨਿਰਾਕਾਰ ਸਾਕਾਰ ਦੋਨੋਂ ਰੂਪ ਵਿੱਚ ਹੁੰਦੀ ਹੈ। ਤਾਂ ਬਾਪ ਬੱਚਿਆਂ ਨੂੰ ਆਪਣੇ ਤੋਂ ਵੀ ਜ਼ਿਆਦਾ ਡਬਲ ਰੂਪ ਤੋਂ ਮਹਾਨ ਮੰਨਦੇ ਹਨ। ਅੱਜ ਬਾਪ ਦਾਦਾ ਬੱਚਿਆਂ ਦੀਆਂ ਵਿਸ਼ੇਸ਼ਤਾਵਾਂ ਨੂੰ ਦੇਖ ਰਹੇ ਸੀ। ਹਰ ਇੱਕ ਬੱਚੇ ਦੀ ਵਿਸ਼ੇਸ਼ਤਾ ਆਪਣੀ ਆਪਣੀ ਹੈ। ਕੋਈ ਬਾਪ ਦੀ ਅਤੇ ਸਰਵ ਬ੍ਰਾਹਮਣ ਆਤਮਾਵਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਜਾਣ ਕੇ ਖੁਦ ਵਿੱਚ ਸਰਵ ਵਿਸ਼ੇਸ਼ਤਾਵਾਂ ਧਾਰਨ ਕਰ ਸ੍ਰੇਸ਼ਟ ਅਰਥਾਤ ਵਿਸ਼ੇਸ਼ ਆਤਮਾ ਬਣ ਗਏ ਹਨ ਅਤੇ ਕੋਈ ਵਿਸ਼ੇਸ਼ਤਾਵਾਂ ਨੂੰ ਜਾਣ ਅਤੇ ਦੇਖ ਕੇ ਖੁਸ਼ ਹੁੰਦੇ ਹਨ, ਪਰੰਤੂ ਆਪਣੇ ਵਿੱਚ ਸਰਵ ਵਿਸ਼ੇਸ਼ਤਾਵਾਂ ਧਾਰਨ ਕਰਨ ਦੀ ਹਿੰਮਤ ਨਹੀਂ ਹੈ। ਅਤੇ ਕੋਈ ਹਰ ਆਤਮਾ ਵਿੱਚ ਬ੍ਰਾਹਮਣ ਪਰਿਵਾਰ ਵਿੱਚ ਵਿਸ਼ੇਸ਼ਤਾ ਹੁੰਦੇ ਹੋਏ ਵੀ ਵਿਸ਼ੇਸ਼ਤਾ ਦੇ ਮਹੱਤਵ ਨੂੰ ਨਹੀਂ ਦੇਖਦੇ, ਇੱਕ ਦੋ ਨੂੰ ਸਧਾਰਨ ਰੂਪ ਨਾਲ ਹੀ ਦੇਖਦੇ ਹਨ। ਬਾਬਾ ਨੇ ਕਿਹਾ ਵਿਸ਼ੇਸ਼ਤਾ ਦੇਖਣ ਵਾ ਜਾਣਨ ਦਾ ਅਭਿਆਸ ਨਹੀਂ ਹੈ, ਜਾਂ ਗੁਣ ਗ੍ਰਾਹਕ ਬੁੱਧੀ ਅਰਥਾਤ ਗੁਣ ਗ੍ਰਹਿਣ ਦੀ ਬੁੱਧੀ ਨਾ ਹੋਣ ਦੇ ਕਰਕੇ ਵਿਸ਼ੇਸ਼ਤਾ ਅਰਥਾਤ ਗੁਣ ਨੂੰ ਜਾਣ ਨਹੀਂ ਸਕਦੀ। ਹਰ ਇੱਕ ਬ੍ਰਾਹਮਣ ਆਤਮਾ ਵਿੱਚ ਕੋਈ ਨਾ ਕੋਈ ਵਿਸ਼ੇਸ਼ਤਾ ਜ਼ਰੂਰ ਭਰੀ ਹੋਈ ਹੈ, ਚਾਹੇ 16,000 ਦਾ ਲਾਸਟ ਦਾਣਾ ਵੀ ਹੋਵੇ, ਪਰੰਤੂ ਉਸ ਵਿੱਚ ਵੀ ਕੋਈ ਨਾ ਕੋਈ ਵਿਸ਼ੇਸ਼ਤਾ ਹੈ। ਇਸ ਲਈ ਹੀ ਬਾਪ ਦੀ ਨਜ਼ਰ ਉਸ ਆਤਮਾ ਦੇ ਉੱਤੇ ਪੈਂਦੀ ਹੈ। ਭਗਵਾਨ ਦੀ ਨਜ਼ਰ ਪੈ ਜਾਵੇ ਜਾਂ ਭਗਵਾਨ ਆਪਣਾ ਬਣਾਵੇ ਤਾਂ ਜ਼ਰੂਰ ਵਿਸ਼ੇਸ਼ਤਾ ਸਮਾਈ ਹੋਈ ਹੈ ਨਾ। ਇਸ ਲਈ ਹੀ ਉਹ ਬ੍ਰਾਹਮਣ ਆਤਮਾ ਬ੍ਰਾਹਮਣਾਂ ਦੀਆਂ ਲਿਸਟ ਵਿੱਚ ਆਈ ਹੈ, ਪਰੰਤੂ ਸਦਾ ਹਰ ਇੱਕ ਦੀ ਵਿਸ਼ੇਸ਼ਤਾ ਨੂੰ ਦੇਖਣ ਵਾ ਜਾਣਨ ਵਿੱਚ ਨੰਬਰਵਾਰ ਬਣ ਜਾਂਦੇ ਹਨ। ਬਾਪ ਦਾਦਾ ਜਾਣਦੇ ਹਨ ਕਿ ਕਿਵੇਂ ਵੀ ਬੇਸ਼ੱਕ ਗਿਆਨ ਦੀ ਧਾਰਨਾ ਵਿੱਚ ਜਾਂ ਸੇਵਾ ਵਿੱਚ ਯਾਦ ਵਿੱਚ ਕਮਜ਼ੋਰ ਹਨ, ਪਰੰਤੂ ਬਾਪ ਨੂੰ ਜਾਣਨ, ਬਾਪ ਦੇ ਬਣਨ ਦੀ ਵਿਸ਼ਾਲ ਬੁੱਧੀ, ਬਾਪ ਨੂੰ ਦੇਖਣ ਦੀ ਦਿਵਯ ਨਜ਼ਰ, ਇਹ ਵਿਸ਼ੇਸ਼ਤਾ ਤਾਂ ਹੈ ਹੀ ਹੈ। ਤਾਂ ਅੱਜ ਕੱਲ੍ਹ ਦੇ ਨਾਮੀ ਗ੍ਰਾਮੀ ਵਿਦਵਾਨ ਵੀ ਨਹੀਂ ਜਾਣ ਸਕਦੇ, ਪਹਿਚਾਣ ਸਕਦੇ, ਪਰੰਤੂ ਉਹਨਾਂ ਆਤਮਾਵਾਂ ਨੇ ਜਾਣ ਲਿਆ। ਕੋਟਾਂ ਵਿੱਚੋਂ ਵੀ ਕੋਈ ਵਿੱਚੋਂ ਵੀ ਕੋਈ ਇਸ ਲਿਸਟ ਵਿੱਚ ਤਾਂ ਆ ਗਏ ਹੋ ਨਾ।
ਇਸ ਲਈ ਕੋਟਾਂ ਵਿੱਚੋਂ ਵਿਸ਼ੇਸ਼ ਆਤਮਾ ਤਾਂ ਹੋ ਗਏ ਹੋ ਨਾ। ਵਿਸ਼ੇਸ਼ ਕਿਉਂ ਬਣੇ? ਕਿਉਂਕਿ ਉੱਚੇ ਤੇ ਉੱਚੇ ਬਾਪ ਦੇ ਬਣ ਗਏ ਹੋ। ਸਾਰੀਆਂ ਆਤਮਾਵਾਂ ਵਿੱਚ ਬ੍ਰਾਹਮਣ ਆਤਮਾਵਾਂ ਵਿਸ਼ੇਸ਼ ਹਨ। ਸਿਰਫ ਕੋਈ ਆਪਣੀ ਵਿਸ਼ੇਸ਼ਤਾ ਨੂੰ ਕੰਮ ਵਿੱਚ ਲਗਾਉਂਦੇ ਹਨ। ਇਸ ਲਈ ਉਹ ਵਿਸ਼ੇਸ਼ਤਾ ਵਰਿੱਧੀ ਨੂੰ ਪ੍ਰਾਪਤ ਹੁੰਦੀ ਰਹਿੰਦੀ ਹੈ ਅਤੇ ਦੂਸਰਿਆਂ ਨੂੰ ਵੀ ਉਹ ਦਿਖਾਈ ਦਿੰਦੀ ਹੈ। ਅਤੇ ਕੋਈ ਵੀ ਵਿਸ਼ੇਸ਼ਤਾ ਰੂਪੀ ਬੀਜ ਤਾਂ ਹੈ, ਪਰੰਤੂ ਕੰਮ ਵਿੱਚ ਲਿਆਉਣਾ ਇਹ ਬੀਜ ਨੂੰ ਧਰਤੀ ਵਿੱਚ ਪਾਉਣਾ ਹੈ ਨਾ। ਜਦੋਂ ਤੱਕ ਬੀਜ ਨੂੰ ਧਰਤੀ ਵਿੱਚ ਨਹੀਂ ਪਾਓਗੇ ਤਾਂ ਵਰਿਕਸ਼ ਨਹੀਂ ਪੈਦਾ ਹੁੰਦਾ, ਵਿਸਤਾਰ ਨੂੰ ਪ੍ਰਾਪਤ ਨਹੀਂ ਕਰ ਸਕਦੇ। ਅਤੇ ਕਈ ਬੱਚੇ ਵਿਸ਼ੇਸ਼ਤਾ ਤੇ ਬੀਜ ਨੂੰ ਵਿਸਤਾਰ ਵਿੱਚ ਵੀ ਲਿਆਉਂਦੇ, ਅਰਥਾਤ ਵਰਿਕਸ਼ ਦੇ ਰੂਪ ਵਿੱਚ ਵਰਿੱਧੀ ਨੂੰ ਵੀ ਪ੍ਰਾਪਤ ਕਰਦੇ, ਫਲ ਨੂੰ ਵੀ ਪ੍ਰਾਪਤ ਕਰਦੇ। ਪਰੰਤੂ ਜਦੋਂ ਫਲ ਆਉਂਦਾ ਹੈ ਤਾਂ ਫਲ ਦੇ ਪਿੱਛੇ ਚਿੜੀਆਂ ਪੰਛੀ ਆਦਿ ਵੀ ਆਉਂਦੇ ਖਾਣ ਦੇ ਲਈ। ਤਾਂ ਜਦੋਂ ਤੱਕ ਫਲ ਤੱਕ ਪਹੁੰਚਦੇ ਹਨ ਤਾਂ ਇਸ ਰੂਪ ਵਿੱਚ ਮਾਇਆ ਆਉਂਦੀ ਕਿ ਮੈਂ ਵਿਸ਼ੇਸ਼ ਹਾਂ, ਮੇਰੀ ਇਹ ਵਿਸ਼ੇਸ਼ਤਾ ਹੈ। ਇਹ ਨਹੀਂ ਸਮਝਦੇ ਕਿ ਬਾਪ ਦੁਆਰਾ ਪ੍ਰਾਪਤ ਹੋਈ ਵਿਸ਼ੇਸ਼ਤਾ ਹੈ। ਵਿਸ਼ੇਸ਼ਤਾ ਨੂੰ ਭਰਨ ਵਾਲਾ ਤਾਂ ਬਾਪ ਹੀ ਹੈ ਨਾ। ਇਸ ਤਰ੍ਹਾਂ ਜੋ ਬ੍ਰਾਹਮਣ ਆਤਮਾਵਾਂ ਸੇਵਾ ਦਾ ਫਲ ਅਰਥਾਤ ਸੇਵਾ ਵਿੱਚ ਸਫਲਤਾ ਪ੍ਰਾਪਤ ਕਰ ਲੈਂਦੇ, ਪਰੰਤੂ ਮੈਂਪਣ ਦੀ ਚਿੜੀਆ ਨੇ ਫਲ ਨੂੰ ਖੰਡਿਤ ਕਰ ਦਿੱਤਾ। ਇਸ ਲਈ ਸਿਰਫ ਮੰਨਿਆ ਜਾਵੇਗਾ ਕਿ ਸੇਵਾ ਬਹੁਤ ਅੱਛੀ ਕਰਦੇ ਹਨ, ਮਹਾਰਥੀ ਹਨ, ਸਰਵਿਸੇਬਲ ਹਨ, ਪਰੰਤੂ ਸੰਗਮ ਯੁਗ ਤੇ ਵੀ ਸਾਰੇ ਬ੍ਰਾਹਮਣ ਪਰਿਵਾਰ ਦੇ ਦਿਲ ਵਿੱਚ ਸਨੇਹ ਦੇ ਪਾਤਰ ਜਾਂ ਪੂਜਨੀਏ ਨਹੀਂ ਬਣ ਸਕਦੇ। ਸੰਗਮ ਯੁਗ ਵਿੱਚ ਦਿਲ ਦਾ ਸਨੇਹ, ਦਿਲ ਦਾ ਰਿਗਾਰਡ ਇਹ ਪੂਜਯ ਬਣਨਾ ਹੈ। ਫਲ ਨੂੰ ਮੈਂ ਪਲ ਵਿੱਚ ਲਿਆਉਣ ਵਾਲੇ ਇਸ ਤਰ੍ਹਾਂ ਦੇ ਪੂਜਯ ਨਹੀਂ ਬਣ ਸਕਦੇ। ਇੱਕ ਹੈ ਦਿਲ ਤੋਂ ਕਿਸੇ ਨੂੰ ਉੱਚਾ ਮੰਨਣਾ ਤੇ ਉੱਚੇ ਨੂੰ ਪੂਜਯ ਕਿਹਾ ਜਾਂਦਾ ਹੈ। ਜਿਵੇਂ ਅੱਜ ਕੱਲ੍ਹ ਦੀ ਦੁਨੀਆ ਵਿੱਚ ਵੀ ਬਾਪ ਉੱਚਾ ਹੋਣ ਦੇ ਕਾਰਨ ਬੱਚੇ ਪੂਜਯ ਪਿਤਾ ਜੀ ਕਹਿੰਦੇ ਨਾ, ਲਿਖਦੇ ਵੀ ਹਨ। ਇਸ ਤਰ੍ਹਾਂ ਦਿਲ ਤੋਂ ਉੱਚਾ ਮੰਨਣਾ ਅਰਥਾਤ ਦਿਲ ਤੋਂ ਰਿਗਾਰਡ ਦੇਣਾ। ਦੂਸਰਾ ਹੁੰਦਾ ਬਾਹਰ ਦੀ ਮਰਿਆਦਾ ਪ੍ਰਮਾਣ ਰਿਗਾਰਡ ਦੇਣਾ ਹੀ ਪੈਂਦਾ ਹੈ। ਤਾਂ ਦਿਲ ਤੋਂ ਦੇਣਾ ਅਤੇ ਦੇਣਾ ਹੀ ਪੈਂਦਾ ਹੈ, ਇਸ ਵਿੱਚ ਅੰਤਰ ਹੋ ਜਾਂਦਾ ਹੈ। ਪੂਜਨੀਏ ਬਣਨਾ ਅਰਥਾਤ ਦਿਲ ਤੋਂ ਸਾਰੇ ਮੰਨਣ, ਜ਼ਿਆਦਾ ਹੋਣੇ ਚਾਹੀਦੇ ਨਾ, ਮੈਜੋਰਿਟੀ। ਪਹਿਲਾਂ ਵੀ ਸੁਣਾਇਆ 5% ਤਾਂ ਰਹਿ ਹੀ ਜਾਂਦਾ ਹੈ, ਪਰੰਤੂ ਮੈਜੋਰਿਟੀ ਦਿਲ ਤੋਂ ਮੰਨਣ ਇਹ ਹੈ ਸੰਗਮ ਯੁਗ ਤੇ ਪੂਜਨੀਏ ਬਣਨਾ। ਅੱਗੇ ਬਾਪ ਕਹਿ ਰਹੇ, ਤਾਂ ਬਾਪ ਦੇ ਉੱਪਰ ਬਲਿਹਾਰ ਜਾਣ ਦਾ ਬਾਬਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਆਤਮਾ ਸਦਾ ਸਵੈਮ ਵੀ ਜਿਵੇਂ ਆਤਮਾਵਾਂ ਤੇ ਬਾਪ ਤੇ ਬਲਿਹਾਰ ਜਾਂਦੀਆਂ ਹਨ, ਬਾਪ ਦੇ ਉੱਪਰ ਬਲਿਹਾਰ ਗਈਆਂ, ਉਸ ਤਰ੍ਹਾਂ ਦੂਸਰੀਆਂ ਆਤਮਾਵਾਂ ਤੋਂ ਵੀ ਬਾਪ ਦੇ ਉੱਪਰ ਬਲਿਹਾਰ ਜਾਣ ਦਾ ਉਮੰਗ ਆਉਂਦਾ ਹੈ। ਤਾਂ ਬਾਪ ਦੇ ਉੱਪਰ ਬਲਿਹਾਰ ਜਾਣ ਦਾ ਹਾਰ ਸਦਾ ਉਹਨਾਂ ਆਤਮਾ ਨੂੰ ਖੁਦ ਹੀ ਪ੍ਰਾਪਤ ਹੁੰਦਾ ਹੈ, ਪੂਜਨੀਏ ਬਣ ਜਾਂਦੀਆਂ ਹਨ। ਇਸ ਤਰ੍ਹਾਂ ਦੀਆਂ ਆਤਮਾਵਾਂ ਸਦਾ ਸਮ੍ਰਿਤੀ ਸਵਰੂਪ ਦੇ ਤਿਲਕਧਾਰੀ ਹੁੰਦੀਆਂ ਹਨ। ਇਸ ਅਲੌਕਿਕ ਵਿਧੀ ਨਾਲ ਇਸ ਸਮੇਂ ਦੇ ਪੂਜਨੀਏ ਆਤਮਾਵਾਂ ਬਣਦੀਆਂ ਹਨ। ਅੱਗੇ ਬਾਬਾ ਨੇ ਕਿਹਾ ਭਗਤੀ ਮਾਰਗ ਦੇ ਪੂਜਯ ਬਣਨ ਵਿੱਚ ਸ੍ਰੇਸ਼ਟ ਪੂਜਾ ਹੁੰਦੀ ਹੈ। ਜਿਵੇਂ ਭਗਤੀ ਮਾਰਗ ਦੀਆਂ ਪੂਜਨੀਆਂ ਆਤਮਾਵਾਂ ਦੇ 2 ਘੜੀ ਵੀ ਸੰਪਰਕ ਵਿੱਚ ਅਰਥਾਤ ਸਿਰਫ ਮੂਰਤੀ ਦੇ ਸਾਹਮਣੇ ਜਾਣ ਨਾਲ 2 ਘੜੀ ਦੇ ਲਈ ਵੀ ਸ਼ਾਂਤੀ, ਸ਼ਕਤੀ, ਖੁਸ਼ੀ ਦਾ ਅਨੁਭਵ ਹੁੰਦਾ ਹੈ। ਇਸੇ ਤਰ੍ਹਾਂ ਸੰਗਮ ਯੁਗੀ ਪੂਜਨੀਏ ਆਤਮਾਵਾਂ ਦੁਆਰਾ ਹੁਣ ਵੀ 2 ਘੜੀ 1 ਘੜੀ ਵੀ ਦ੍ਰਿਸ਼ਟੀ ਮਿਲਣ ਨਾਲ ਖੁਸ਼ੀ, ਸ਼ਾਂਤੀ ਅਤੇ ਉਮੰਗ ਉਤਸ਼ਾਹ ਦੀ ਸ਼ਕਤੀ ਅਨੁਭਵ ਹੁੰਦੀ ਹੈ।
ਇਸ ਤਰ੍ਹਾਂ ਦੀਆਂ ਪੂਜਨੀਆਂ ਆਤਮਾਵਾਂ ਅਰਥਾਤ ਨੰਬਰ 1 ਵਿਸ਼ੇਸ਼ ਆਤਮਾਵਾਂ ਹਨ। ਜਿਵੇਂ ਅਗਲੀ ਪੁਆਇੰਟ ਵਿੱਚ ਬਾਬਾ ਦੱਸ ਰਹੇ, ਜਿਵੇਂ ਬਾਪ ਦੇ ਨਾਲ ਨਾਲ ਬ੍ਰਹਮਾ ਬਾਪ ਦੀ ਕਮਾਲ ਗਾਉਂਦੇ ਹਨ ਨਾ, ਇਸੇ ਤਰ੍ਹਾਂ ਤੁਸੀਂ ਵੀ ਸਦਾ ਇਸ ਤਰ੍ਹਾਂ ਦਾ ਸੰਕਲਪ ਬੋਲ ਕਰਮ ਕਰੋ ਜੋ ਸਦਾ ਹੀ ਕਮਾਲ ਦਾ ਹੋਵੇ। ਜਦੋਂ ਕਮਾਲ ਹੋਵੇਗੀ ਤਾਂ ਧਮਾਲ ਨਹੀਂ ਹੋਵੇਗੀ। ਕਮਾਲ ਨਹੀਂ ਕਰਦੇ ਹੋ ਤਾਂ ਧਮਾਲ ਕਰਦੇ ਹੋ। ਚਾਹੇ ਸੰਕਲਪਾਂ ਦੀ ਧਮਾਲ ਕਰੋ, ਚਾਹੇ ਬਾਣੀ ਨਾਲ ਕਰੋ। ਸੰਕਲਪਾਂ ਵਿੱਚ ਵੀ ਤੂਫਾਨ, ਵਿਅਰਥ ਤੂਫਾਨ ਤਾਂ ਚੱਲਦਾ, ਇਹ ਵੀ ਤਾਂ ਧਮਾਲ ਹੈ ਨਾ। ਧਮਾਲ ਨਹੀਂ ਲੇਕਿਨ ਕਮਾਲ ਕਰਨੀ ਹੈ, ਕਿਉਂਕਿ ਆਦਿ ਪਿਤਾ ਬ੍ਰਹਮਾ ਦੇ ਬੱਚੇ, ਬ੍ਰਾਹਮਣ ਬੱਚੇ ਸਦਾ ਹੀ ਪੂਜਨੀय ਗਾਏ ਜਾਂਦੇ ਹਨ। ਹੁਣ ਲਾਸਟ ਜਨਮ ਵਿੱਚ ਵੀ ਦੇਖੋ ਤਾਂ ਸਾਰੇ ਉੱਚੇ, ਸਭ ਤੋਂ ਉੱਚਾ ਵਰਨ ਕਿਹੜਾ ਹੈ? ਬ੍ਰਾਹਮਣ ਵਰਨ ਕਹਿੰਦੇ ਹਨ ਨਾ। ਤਾਂ ਉੱਚਾ ਨਾਮ ਉੱਚੇ ਸ੍ਰੇਸ਼ਟ ਕੰਮ ਦੇ ਲਈ ਬ੍ਰਾਹਮਣਾਂ ਨੂੰ ਬੁਲਾਉਂਦੇ ਹਨ। ਕਿਸ ਦੇ ਕਲਿਆਣ ਲਈ ਵੀ ਬ੍ਰਾਹਮਣਾਂ ਨੂੰ ਬੁਲਾਉਂਦੇ। ਤਾਂ ਲਾਸਟ ਜਨਮ ਤੱਕ ਵੀ ਬ੍ਰਾਹਮਣ ਆਤਮਾਵਾਂ ਦਾ ਉੱਚਾ ਨਾਮ, ਉੱਚਾ ਕੰਮ ਪ੍ਰਸਿੱਧ ਹੈ। ਵਰਤਮਾਨ ਸਮੇਂ ਪੂਜਨੀय ਤਾਂ ਭਵਿੱਖ ਵਿੱਚ ਵੀ ਪੂਜਨੀय। ਇਸ ਨੂੰ ਹੀ ਵਿਸ਼ੇਸ਼ ਆਤਮਾਵਾਂ ਨੰਬਰ 1 ਕਹਿੰਦੇ ਹਨ। ਤਾਂ ਚੈੱਕ ਕਰੋ, ਬ੍ਰਹਮਾ ਬਾਪ ਦੀ ਕਹਾਣੀ ਸੁਣਾ ਰਹੇ ਹਨ ਨਾ। ਹੁਣ ਹੋਰ ਵੀ ਰਹੀ ਹੋਈ ਹੈ। ਬਾਬਾ ਨੇ ਕਿਹਾ ਕਿ ਇਹ ਬ੍ਰਹਮਾ ਬਾਪ ਦੀਆਂ ਵਿਸ਼ੇਸ਼ਤਾਵਾਂ ਹਮੇਸ਼ਾ ਸਾਹਮਣੇ ਰੱਖੋ। ਹੋਰ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਓ, ਪਰੰਤੂ ਵਿਸ਼ੇਸ਼ਤਾਵਾਂ ਨੂੰ ਦੇਖੋ ਅਤੇ ਵਰਣਨ ਕਰੋ। ਹਰ ਇੱਕ ਨੂੰ ਵਿਸ਼ੇਸ਼ਤਾ ਦਾ ਮਹੱਤਵ ਸੁਣਾ ਕੇ ਵਿਸ਼ੇਸ਼ ਬਣਾਓ। ਦੂਸਰਿਆਂ ਨੂੰ ਬਣਾਉਣਾ ਅਰਥਾਤ ਖੁਦ ਵਿਸ਼ੇਸ਼ ਬਣਨਾ। ਸਮਝਿਆ? ਅੱਛਾ, ਚਾਰੋਂ ਤਰਫ ਦੇ ਸਰਵ ਨੰਬਰ 1 ਵਿਸ਼ੇਸ਼ ਆਤਮਾਵਾਂ ਨੂੰ, ਸਰਵ ਬ੍ਰਾਹਮਣ ਜੀਵਨ ਵਾਲੇ ਵਿਸ਼ੇਸ਼ ਆਤਮਾਵਾਂ ਨੂੰ, ਸਦਾ ਬ੍ਰਹਮਾ ਬਾਪ ਨੂੰ ਸਾਹਮਣੇ ਰੱਖ ਸਮਾਨ ਬਣਨ ਵਾਲੇ ਬੱਚਿਆਂ ਨੂੰ, ਆਦਿ ਅਨਾਦਿ ਬਾਪ, ਆਦਿ ਬਾਪ ਦੋਨਾਂ ਰੂਪ ਨਾਲ ਸਰਵ ਸਾਲੀਗ੍ਰਾਮਾਂ ਨੂੰ ਅਤੇ ਸਾਕਾਰੀ ਬ੍ਰਾਹਮਣ ਆਤਮਾਵਾਂ ਨੂੰ ਸਨੇਹ ਭਰੀ ਯਾਦ, ਪਿਆਰ ਅਤੇ ਨਮਸਤੇ। ਅੱਗੇ ਅੱਜ ਦਾ ਵਰਦਾਨ ਹੈ। ਸਾਥੀ ਅਤੇ ਸਾਖਸ਼ੀਪਣ ਦੀ ਸਮ੍ਰਿਤੀ ਦੁਆਰਾ ਸਰਵ ਬੰਧਨਾਂ ਤੋਂ ਮੁਕਤ ਹੋਣ ਵਾਲੇ ਸਰਵ ਸ਼ਕਤੀ ਸੰਪੰਨ ਭਵ। ਵਿਸਤਾਰ ਪੂਰਵਕ ਦੱਸਿਆ ਬਾਬਾ ਨੇ ਕਿ ਸਰਵ ਸ਼ਕਤੀਆਂ ਤੋਂ ਸੰਪੰਨ ਬਣ ਅਧੀਨਤਾ ਤੋਂ ਪਰੇ ਹੋਣ ਦੇ ਲਈ 2 ਸ਼ਬਦ ਸਦਾ ਯਾਦ ਰੱਖੋ। ਇੱਕ ਸਾਖਸ਼ੀ, ਦੂਸਰਾ ਸਾਥੀ। ਇਸ ਨਾਲ ਬੰਧਨ ਮੁਕਤ ਅਵਸਥਾ ਜਲਦੀ ਬਣ ਜਾਵੇਗੀ। ਸਰਵ ਸ਼ਕਤੀਵਾਨ ਬਾਪ ਦਾ ਸਾਥ ਹੈ ਤਾਂ ਸਰਵ ਸ਼ਕਤੀਆਂ ਆਪਣੇ ਆਪ ਹੀ ਪ੍ਰਾਪਤ ਹੋ ਜਾਂਦੀਆਂ ਹਨ ਅਤੇ ਸਾਖਸ਼ੀ ਬਣ ਕੇ ਚੱਲਣ ਨਾਲ ਕੋਈ ਵੀ ਬੰਧਨ ਵਿੱਚ ਫਸੋਗੇ ਨਹੀਂ। ਨਮਿਤ ਮਾਤਰ ਇਸ ਸਰੀਰ ਵਿੱਚ ਰਹਿ ਕੇ ਕੰਮ ਕੀਤਾ ਅਤੇ ਸਾਖਸ਼ੀ ਹੋ ਗਏ। ਇਸ ਦਾ ਵਿਸ਼ੇਸ਼ ਅਭਿਆਸ ਵਧਾਵੋ। ਸਲੋਗਨ ਹੈ, ਅਸ਼ੁੱਧ ਅਤੇ ਸ਼ੁੱਧ ਦੋਨੋਂ ਦੀ ਯੁੱਧ ਹੈ ਤਾਂ ਬ੍ਰਾਹਮਣ ਜੀਵਨ ਦੇ ਬਜਾਏ क्षत्रिय हो। अच्छा, ओम शांति।